ਮਸੀਹ ਅਨਸਾਂਗ ਹੋਂਗ ਜੀ ਜੋ ਸਾਨੂੰ ਜੀਵਨ ਦਾ ਬਿਰਛ ਦੇਣ ਆਏ। ਇਸ ਉਪਦੇਸ਼ ਸਿਰਲੇਖ ਨਾਲ ਆਓ ਅਸੀਂ ਭਲੇ ਅਤੇ ਬੁਰੇ ਦੇ ਸਿਆਣ ਅਤੇ ਜੀਵਨ ਦੇ ਬਿਰਛ ਬਾਰੇ ਅਧਿਐਨ ਕਰੀਏ। ਬਾਈਬਲ ਦੀਆਂ 66 ਕਿਤਾਬਾਂ ਰਹੱਸ ਨਾਲ ਭਰੀਆਂ ਹਨ। ਇਸੇ ਲਈ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਲਿਖਿਆ ਹੈ ਕਿ ਸਾਨੂੰ ਕਦੇ ਵੀ ਬਾਈਬਲ ਵਿੱਚੋਂ ਕੁਝ ਨਹੀਂ ਬਦਲਣਾ ਚਾਹੀਦਾ। ਪ੍ਰਕਾਸ਼ ਦੀ ਪੋਥੀ 5 ਵਿੱਚ ਇਹ ਲਿਖਿਆ ਹੈ ਕਿ ਜਦੋਂ ਤੱਕ ਦਾਊਦ ਦੀ ਜੜ ਨਹੀਂ ਆਉਂਦੀ, ਬਾਈਬਲ ਦੀਆਂ ਮੋਹਰਾਂ ਕਦੇ ਖੋਲ੍ਹੀਆਂ ਨਹੀਂ ਜਾ ਸਕਦੀਆਂ। ਬਾਈਬਲ ਮਨੁੱਖੀ ਵਿਗਿਆਨ ਨਹੀਂ ਹੈ। ਇਸ ਕਾਰਨ ਅਸੀਂ ਕਿਵੇਂ ਸਮਝ ਸਕਦੇ ਹਾਂ ਕਿ ਬਾਈਬਲ ਵਿੱਚ ਕੀ ਲੁਕਿਆ ਹੋਇਆ ਹੈ? ਕਿਸ ਨੂੰ ਆਉਣਾ ਚਾਹੀਦਾ ਹੈ? ਪਰਮੇਸ਼ਵਰ ਨੂੰ ਜ਼ਰੂਰ ਆਉਣਾ ਚਾਹੀਦਾ ਹੈ। ਪਰਮੇਸ਼ਵਰ ਦੀਆਂ ਸਿੱਖਿਆਵਾਂ ਤੋਂ ਬਿਨਾਂ ਸਾਡੇ ਕੋਲ ਸਹੀ ਸਮਝ ਨਹੀਂ ਹੋ ਸਕਦੀ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ। ਇੱਕ ਮਾਤਾ ਨੇ ਆਪਣੇ ਬੱਚੇ ਲਈ ਦਿਨ ਰਾਤ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ। ਜਦੋਂ ਉਹ ਪ੍ਰਾਰਥਨਾ ਕਰ ਰਹੀ ਸੀ ਤਾਂ ਉਸਦੇ ਚਿਹਰੇ ਤੋਂ ਹੰਝੂ ਵਹਿਣ ਲੱਗੇ। ਇਸ ਦੌਰਾਨ ਹੰਝੂ ਦੀ ਇੱਕ ਬੂੰਦ ਕੱਚ ਦੇ ਇੱਕ ਛੋਟੇ ਟੈਸਟ ਟਿਊਬ ਵਿੱਚ ਡਿੱਗ ਗਈ। ਅਧਿਆਪਕ ਨੇ ਆਪਣੇ ਵਿਦਿਆਰਥੀਆਂ ਦੇ ਸਾਹਮਣੇ ਕੱਚ ਦੀ ਟੈਸਟ ਟਿਊਬ ਪੇਸ਼ ਕੀਤੀ, ਜਿਸ ਵਿੱਚ ਮਾਤਾ ਦੇ ਇਮਾਨਦਾਰ ਹੰਝੂ ਸੀ। ਸਾਰੇ ਲੋਕੋ, ਤੁਸੀਂ ਜੋ ਕੱਚ ਦਾ ਟੈਸਟ ਟਿਊਬ ਦੇਖ ਰਹੇ ਹੋ, ਉਸ ਵਿੱਚ ਇੱਕ ਮਾਂ ਦੇ ਹੰਝੂ ਦੀ ਬੂੰਦ ਹੈ। ਹੁਣ, ਜੇ ਅਸੀਂ ਭਾਗਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਇਸ ਦੇ ਅੰਦਰ ਕਿਹੜੇ ਤੱਤ ਹੋ ਸਕਦੇ ਹਨ? ਉਸਨੇ ਪੁੱਛਿਆ। ਉਸਨੇ ਅੱਗੇ ਕਿਹਾ, ਭੌਤਿਕ ਦ੍ਰਿਸ਼ਟੀਕੋਣ ਤੋਂ ਹੰਝੂ ਪਾਣੀ ਅਤੇ ਘੱਟ ਮਾਤਰਾ ਵਿੱਚ ਲੂਣ ਨਾਲ ਬਣੇ ਹੁੰਦੇ ਹਨ। ਹਾਲਾਂਕਿ, ਕੀ ਤੁਹਾਨੂੰ ਨਹੀਂ ਲੱਗਦਾ ਕਿ ਕੁਝ ਹੋਰ ਵੀ ਹੈ? ਅਧਿਆਪਕ ਨੇ ਫਿਰ ਪੁੱਛਿਆ, ਇਸ ਹੰਝੂ ਦੀ ਬੂੰਦ ਵਿੱਚ ਇੱਕ ਮਾਂ ਦਾ ਆਪਣੀ ਸੰਤਾਨ ਪ੍ਰਤੀ ਸੱਚਾ ਪਿਆਰ ਸ਼ਾਮਿਲ ਹੈ। ਕੀ ਤੁਸੀਂ ਕਿਸੇ ਵਿਗਿਆਨਕ ਸਾਧਨ ਦੀ ਵਰਤੋਂ ਕਰਕੇ ਉਸ ਪਿਆਰ ਨੂੰ ਕੱਢ ਪਾਓਗੇ? ਕੀ ਕੋਈ ਇਸ ਨੂੰ ਕੱਢ ਸਕਦਾ ਹੈ? ਉਸ ਹੰਝੂ ਦੀ ਬੂੰਦ ਵਿੱਚ ਆਪਣੀ ਸੰਤਾਨ ਲਈ ਮਾਂ ਦਾ ਸੱਚਾ ਪਿਆਰ ਅਤੇ ਸਮਰਪਣ ਹੈ, ਪਰ ਉਹਨਾਂ ਨੂੰ ਇਸ ਵਿੱਚੋਂ ਕੱਢਣਾ ਅਸੰਭਵ ਹੈ। ਕਿਉਂਕਿ ਅਸੀਂ ਇਸ ਮਾਮਲੇ ਬਾਰੇ ਸੋਚ ਰਹੇ ਹਾਂ, ਤਾਂ ਅੱਜ ਆਓ ਅਸੀਂ ਬਾਈਬਲ ਦੇ ਅੰਦਰ ਲੁਕੀ ਪਰਮੇਸ਼ਵਰ ਦੀ ਡੂੰਘੀ ਇੱਛਾ ਬਾਰੇ ਵਿਚਾਰ ਕਰੀਏ। ਇਸ ਧਰਤੀ ਤੇ ਆ ਕੇ ਪਰਮੇਸ਼ਵਰ ਨੇ ਸਾਡੇ ਲਈ ਕਿਹੜੀ ਕੋਸ਼ਿਸ਼ ਕੀਤੀ? ਚਾਹੇ ਉਹ ਹੰਝੂਆਂ ਦੀ ਬੂੰਦ ਦਾ ਕਿੰਨੀ ਵਾਰ ਵੀ ਵਿਸ਼ਲੇਸ਼ਣ ਕਰਨ, ਉਸ ਦੇ ਅੰਦਰ ਪਿਆਰ ਅਤੇ ਬਲੀਦਾਨ ਨੂੰ ਲੱਭਣਾ ਅਸੰਭਵ ਹੈ। ਫਿਰ ਵੀ ਉਸ ਹੰਝੂ ਦੇ ਅੰਦਰ ਬਹੁਤ ਸਾਰੇ ਤੱਤ ਸ਼ਾਮਿਲ ਹੁੰਦੇ ਹਨ। ਆਪਣੀ ਸੰਤਾਨ ਲਈ ਸਮਰਪਣ ਅਤੇ ਪਿਆਰ ਦੇ ਨਾਲ ਉਸ ਵਿੱਚ ਮਾਤਾ ਦਾ ਅੰਦਰੋਂ ਦਿਲ ਹੈ। ਇਸ ਨੂੰ ਕਿਸੇ ਵੀ ਸਾਧਨ ਦੁਆਰਾ ਨਹੀਂ ਕੱਢਿਆ ਜਾ ਸਕਦਾ। ਅੱਜ ਸਾਨੂੰ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਦੇ ਬਲੀਦਾਨ ਅਤੇ ਪਿਆਰ ਨੂੰ ਸਮਝਣਾ ਚਾਹੀਦਾ ਹੈ, ਜੋ ਸਾਨੂੰ ਜੀਵਨ ਦਾ ਬਿਰਛ ਦੇਣ ਲਈ ਇਸ ਧਰਤੀ ਤੇ ਆਏ। ਸਾਨੂੰ ਅਹਿਸਾਸ ਹੋਣਾ ਚਾਹੀਦਾ ਹੈ, ਉਹਨਾਂ ਨੇ ਸਾਨੂੰ ਕਿੰਨਾ ਪਿਆਰ ਕੀਤਾ ਹੈ। ਸਵਰਗੀ ਪਿਤਾ ਅਤੇ ਸਵਰਗੀ ਮਾਤਾ ਆਪਣਾ ਮਾਂਸ ਕੱਟ ਕੇ ਅਤੇ ਆਪਣਾ ਖੂਨ ਵਹਾ ਕੇ ਆਪਣੀਆਂ ਸੰਤਾਨਾਂ ਨੂੰ ਬਚਾਉਂਦੇ ਹਨ। ਸਾਨੂੰ ਬਾਈਬਲ ਅੰਦਰ ਪਿਆਰ ਨੂੰ ਪਹਿਚਾਨਣਾ ਚਾਹੀਦਾ ਹੈ। ਅੱਜ ਇਸ ਮਾਮਲੇ ਬਾਰੇ ਆਓ ਅਸੀਂ ਬਾਈਬਲ ਦੇ ਵਚਨਾਂ ਉੱਤੇ ਇੱਕ ਨਜ਼ਰ ਪਾਈਏ। ਆਓ ਅਸੀਂ ਉਤਪਤ ਦੀ ਕਿਤਾਬ ਅਧਿਆਇ 2 ਵਚਨ 16 ਦੇਖੀਏ। ਉਤਪਤ ਅਧਿਆਇ 2 ਵਚਨ 16 ਵਿੱਚ ਇਹ ਲਿਖਿਆ ਹੈ, ਤਾਂ ਯਹੋਵਾ ਪਰਮੇਸ਼ੁਰ ਨੇ ਆਦਮੀ ਨੂੰ ਆਗਿਆ ਦਿੱਤੀ ਕਿ ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ, ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ, ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ। ਪਰਮੇਸ਼ਵਰ ਨੇ ਕਿਹਾ, ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ, ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ, ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ। ਪਰ ਆਦਮ ਅਤੇ ਹੱਵਾ ਸੱਪ ਦੁਆਰਾ ਭਰਮਾਏ ਗਏ ਅਤੇ ਫਲ ਖਾ ਲਿਆ। ਨਤੀਜੇ ਵਜੋਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ। ਕੀ ਅਜਿਹੀ ਤਰਸਯੋਗ ਸਥਿਤੀ ਨਹੀਂ ਹੋਈ? ਆਓ ਅਸੀਂ ਅਧਿਆਇ 3 ਉੱਤੇ ਜਾਈਏ।
ਅਧਿਆਇ 3 ਵਚਨ 1। ਸੱਪ ਸਭ ਜੰਗਲੀਨ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾ ਪਰਮੇਸ਼ੁਰ ਨੇ ਬਣਾਇਆ ਸੀ ਚਾਤਰ ਸੀ ਅਤੇ ਉਸਨੇ ਉਸ ਤੀਵੀ ਨੂੰ ਆਖਿਆ, ਭਲਾ ਪਰਮੇਸ਼ੁਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ। ਤੀਵੀ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਬਿਰਛਾਂ ਦੇ ਫਲੋਂ ਤਾਂ ਅਸੀਂ ਖਾਂਦੇ ਹਾਂ, ਪਰ ਜਿਹੜਾ ਬਿਰਛ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ੁਰ ਨੇ ਆਖਿਆ, ਤੁਸੀਂ ਨਾ ਖਾਓ, ਨਾ ਉਹਨੂੰ ਹੱਥ ਲਾਓ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ। ਪਰ ਸੱਪ ਨੇ ਤੀਵੀ ਨੂੰ ਆਖਿਆ ਕਿ ਤੁਸੀਂ ਕਦੀ ਨਾ ਮਰੋਗੇ। ਸਗੋਂ ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਗ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ। ਜਦ ਤੀਵੀ ਨੇ ਵੇਖਿਆ ਕਿ ਉਹ ਬਿਰਛ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਹ ਬਿਰਛ ਬੁੱਧ ਦੇਣ ਲਈ ਲੋੜੀਂਦਾ ਹੈ, ਤਾਂ ਉਸਨੇ ਉਹਦੇ ਫਲ ਤੋਂ ਲਿਆ ਤੇ ਆਪ ਖਾਧਾ, ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸਨੇ ਖਾਧਾ। ਤਦ ਦੋਹਾਂ ਦੀਆਂ ਅੱਖੀਆਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਜਾਣ ਲਿਆ ਭਈ ਅਸੀਂ ਨੰਗੇ ਹਾਂ, ਸੋ ਉਹਨਾਂ ਨੇ ਫਗੂੜੀ ਦੇ ਪੱਤੇ ਸਿਉਂ ਕੇ ਆਪਣੇ ਲਈ ਤਹਿਮਤ ਬਣਾਏ। ਇਸ ਤਰ੍ਹਾਂ ਆਦਮ ਅਤੇ ਹੱਵਾ ਨੇ, ਜਿਨ੍ਹਾਂ ਨੂੰ ਸ਼ੈਤਾਨ ਨੇ ਭਰਮਾਇਆ ਸੀ, ਫਲ ਖਾ ਲਿਆ ਅਤੇ ਉਹਨਾਂ ਦਾ ਮਰਨਾ ਤੈਅ ਸੀ। ਜਿਵੇਂ ਕਿ ਰੋਮੀਆਂ ਅਧਿਆਇ 7 ਵਿੱਚ ਲਿਖਿਆ ਗਿਆ ਹੈ, ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ, ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ? ਭਾਵੇਂ ਉਹ ਤੋਬਾ ਕਰਨ, ਪਰ ਉਹ ਪਹਿਲਾਂ ਹੀ ਪਰਮੇਸ਼ਵਰ ਦੀ ਵਿਵਸਥਾ ਦੀ ਉਲੰਘਣਾ ਕਰ ਚੁੱਕੇ ਹਨ। ਉਹਨਾਂ ਲਈ ਆਦਨ ਦਾ ਬਾਗ ਆਪਣੇ ਪੁਰਾਣੇ ਜੀਵਨ ਵਿੱਚ ਵਾਪਸ ਆਉਣਾ ਅਸੰਭਵ ਹੈ। ਹਾਲਾਂਕਿ ਅਦਨ ਦੇ ਬਾਗ ਵਿੱਚ ਭਲੇ ਅਤੇ ਬੁਰੇ ਦੇ ਸਿਆਣ ਦਾ ਬਿਰਛ ਹੀ ਇਕੱਲਾ ਬਿਰਛ ਨਹੀਂ ਸੀ, ਜੀਵਨ ਦਾ ਬਿਰਛ ਵੀ ਉੱਥੇ ਸੀ। ਭਾਵੇਂ ਕਿਸੇ ਨੇ ਭਲੇ ਅਤੇ ਬੁਰੇ ਦੇ ਸਿਆਣ ਦੇ ਬਿਰਛ ਤੋਂ ਖਾਣ ਦਾ ਪਾਪ ਕੀਤਾ ਹੋਵੇ, ਜਿੰਨਾ ਚਿਰ ਉਹ ਜੀਵਨ ਦਾ ਬਿਰਛ ਤੋਂ ਖਾ ਸਕਦਾ ਹੈ, ਕਿ ਉਹ ਆਪਣੇ ਪੁਰਾਣੇ ਜੀਵਨ ਨੂੰ ਬਹਾਲ ਨਹੀਂ ਕਰ ਪਾਵੇਗਾ। ਇਸ ਕਰਕੇ ਪਰਮੇਸ਼ਵਰ ਨੇ ਰਸਤੇ ਨੂੰ ਰੋਕ ਦਿੱਤਾ ਤਾਂ ਜੋ ਪਾਪੀ ਜੀਵਨ ਦੇ ਬਿਰਛ ਨੇੜੇ ਨਾ ਜਾ ਸਕਣ। ਆਓ ਅਸੀਂ ਅਧਿਆਇ 3 ਵਚਨ 22 ਉੱਤੇ ਇੱਕ ਨਜ਼ਰ ਪਾਈਏ। ਉਤਪਤ ਅਧਿਆਇ 3 ਵਚਨ 22। ਤਦ ਯਹੋਵਾ ਪਰਮੇਸ਼ੁਰ ਨੇ ਆਖਿਆ, ਵੇਖੋ ਆਦਮੀ ਭਲੇ ਬੁਰੇ ਦੀ ਸਿਆਣ ਵਿੱਚ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ, ਅਤੇ ਹੁਣ ਅਜਿਹਾ ਨਾ ਹੋਵੇ ਕਿ ਉਹ ਆਪਣਾ ਹੱਥ ਵਧਾ ਕੇ ਜੀਵਨ ਦੇ ਬਿਰਛ ਤੋਂ ਵੀ ਲੈ ਕੇ ਖਾਵੇ ਅਤੇ ਸਦਾ ਜਿਉਂਦਾ ਰਹੇ। ਸਾਨੂੰ ਇਹਨਾਂ ਦੋਹਾਂ ਰੁੱਖਾਂ ਦੀਆਂ ਵਿਸ਼ੇਸ਼ਤਾਵਾਂ ਤੇ ਇੱਕ ਨਜ਼ਰ ਮਾਰਨ ਦੀ ਲੋੜ ਹੈ। ਪਰਮੇਸ਼ਵਰ ਨੇ ਭਲੇ ਅਤੇ ਬੁਰੇ ਦੇ ਸਿਆਣ ਦੇ ਬਿਰਛ ਨੂੰ ਉਸ ਬਿਰਛ ਦੇ ਰੂਪ ਵਿੱਚ ਬਣਾਇਆ ਜੋ ਇਸ ਨੂੰ ਖਾਣ ਵਾਲੇ ਨੂੰ ਮੌਤ ਵੱਲ ਲੈ ਜਾਂਦਾ ਹੈ। ਜੀਵਨ ਦੇ ਬਿਰਛ ਬਾਰੇ ਕੀ? ਪਰਮੇਸ਼ਵਰ ਨੇ ਇਸ ਨੂੰ ਇੱਕ ਰੁੱਖ ਦੇ ਰੂਪ ਵਿੱਚ ਬਣਾਇਆ ਹੈ ਜੋ ਇਸ ਨੂੰ ਖਾਣ ਵਾਲਿਆਂ ਨੂੰ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਆਓ ਅਸੀਂ 23 ਨਾਲ ਜਾਰੀ ਰੱਖੀਏ। ਸੋ ਯਹੋਵਾ ਪਰਮੇਸ਼ੁਰ ਨੇ ਉਹਨੂੰ ਅਦਨ ਦੇ ਬਾਗੋਂ ਕੱਢ ਦਿੱਤਾ ਤਾਂ ਜੋ ਉਸ ਜ਼ਮੀਨ ਨੂੰ ਵਾਹੇ ਜਿਸ ਤੋਂ ਉਹ ਕੱਢਿਆ ਗਿਆ ਸੀ। ਸੋ ਉਸਨੇ ਆਦਮੀ ਨੂੰ ਕੱਢ ਦਿੱਤਾ ਅਤੇ ਉਸਨੇ ਅਦਨ ਦੇ ਬਾਗ ਦੇ ਚੜ੍ਹਦੇ ਪਾਸੇ ਦੂਤਾਂ ਨੂੰ ਅਤੇ ਚੌਪਾਸੇ ਘੁੰਮਣ ਵਾਲੇ ਖੰਡੇ ਦੀ ਲਸ਼ਕ ਨੂੰ ਰੱਖਿਆ ਤਾਂ ਜੋ ਜੀਵਨ ਦੇ ਬਿਰਛ ਦੇ ਰਾਹ ਦੀ ਰਾਖੀ ਕਰਨ। ਹਾਲਾਂਕਿ ਆਦਮ ਅਤੇ ਹੱਵਾ ਜੀਵਨ ਦੇ ਬਿਰਛ ਕੋਲ ਜਾਣਾ ਚਾਹੁੰਦੇ ਸੀ, ਪਰ ਉੱਥੇ ਕੌਣ ਸੀ? ਪਰਮੇਸ਼ਵਰ ਦੇ ਹੁਕਮ ਤੇ ਕਰੂਬੀਆਂ ਨੇ ਲਸ਼ਕ ਵਾਲੀਆਂ ਤਲਵਾਰਾਂ ਫੜੀਆਂ ਅਤੇ ਜੀਵਨ ਦੇ ਬਿਰਛ ਦੇ ਰਸਤੇ ਦੀ ਰਾਖੀ ਕੀਤੀ। ਜੇ ਮਨੁੱਖਜਾਤੀ ਜੀਵਨ ਦੇ ਬਿਰਛ ਤੋਂ ਖਾ ਸਕਦੀ ਹੈ, ਤਾਂ ਉਹ ਉਸ ਪਾਪ ਤੋਂ ਮੁਕਤ ਹੋ ਸਕਣਗੇ ਜੋ ਆਦਮ ਅਤੇ ਹੱਵਾ ਦੁਆਰਾ ਪਾਸ ਕੀਤਾ ਗਿਆ ਸੀ। ਕੀ ਆਦਮ ਦਾ ਮੂਲ ਪਾਪ ਅੱਜ ਵੀ ਸਾਰੀ ਮਨੁੱਖਜਾਤੀ ਨੂੰ ਨਹੀਂ ਦਿੱਤਾ ਗਿਆ ਹੈ? ਪਾਪ ਨੂੰ ਦੂਰ ਕਰਨ ਲਈ ਮਨੁੱਖਜਾਤੀ ਨੂੰ ਜੀਵਨ ਦੇ ਬਿਰਛ ਦਾ ਫਲ ਜ਼ਰੂਰ ਖਾਣਾ ਚਾਹੀਦਾ ਹੈ। ਤੁਹਾਡੇ ਕੋਲ ਕਈ ਤਰ੍ਹਾਂ ਦੀਆਂ ਚਿੰਤਾਵਾਂ ਹੋ ਸਕਦੀਆਂ ਹਨ। ਵਿਦਿਆਰਥੀਆਂ ਲਈ ਅਧਿਐਨ ਕਰਨ ਅਤੇ ਪ੍ਰੀਖਿਆਵਾਂ ਵਿੱਚ ਆਪਣੇ ਸਾਥੀਆਂ ਨਾਲ ਅਧਿਐਨ ਕਰਨ ਦੀ ਲੋੜ ਹੈ। ਜਿੱਥੋਂ ਤੱਕ ਮਜ਼ਦੂਰਾਂ ਦੀ ਗੱਲ ਹੈ, ਤਾਂ ਉਹਨਾਂ ਨੂੰ ਕੰਮ ਤੋਂ ਕੱਢੇ ਜਾਣ ਅਤੇ ਆਪਣੇ ਬੌਸ ਪ੍ਰਤੀ ਸੁਚੇਤ ਰਹਿਣ ਦੀ ਚਿੰਤਾ ਹੈ। ਜੇਕਰ ਤੁਸੀਂ ਕਿਸੇ ਕੰਪਨੀ ਦੇ CEO ਹੋ, ਤਾਂ ਤੁਸੀਂ ਇਹ ਸੋਚ ਕੇ ਚਿੰਤਤ ਹੋਵੋਗੇ, ਮੈਂ ਕੰਪਨੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਚਲਾ ਸਕਦਾ ਹਾਂ। ਇਸ ਤਰ੍ਹਾਂ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਚਿੰਤਾਵਾਂ ਹੁੰਦੀਆਂ ਹਨ। ਹਾਲਾਂਕਿ ਭਾਵੇਂ ਅਸੀਂ ਇਸ ਧਰਤੀ ਉੱਤੇ ਸੁੱਟੇ ਗਏ ਅਤੇ ਸਭ ਕੁਝ ਗੁਆ ਦਿੱਤਾ,
ਪਰ ਇੱਕ ਚੀਜ਼ ਹੈ ਜੋ ਸਾਨੂੰ ਜ਼ਰੂਰ ਲੱਭਣੀ ਚਾਹੀਦੀ ਹੈ, ਉਹ ਜੀਵਨ ਦਾ ਬਿਰਛ ਹੈ। ਇਹ ਸਭ ਤੋਂ ਮਹੱਤਵਪੂਰਨ ਹੈ। ਸਾਨੂੰ ਇਸ ਨੂੰ ਕਦੇ ਨਹੀਂ ਗੁਆਉਣਾ ਚਾਹੀਦਾ। ਜਦੋਂ ਪਰਮੇਸ਼ਵਰ ਸਾਨੂੰ ਅਦਨ ਦੇ ਬਾਗ ਦੇ ਇਤਿਹਾਸ ਦੁਆਰਾ ਅਸਲੀ ਪਾਪ ਲਈ ਜਗਾਉਂਦੇ ਹਨ ਤਾਂ ਸਾਨੂੰ ਇਸ ਮਾਮਲੇ ਦਾ ਜਵਾਬ ਲੱਭਣਾ ਚਾਹੀਦਾ ਹੈ। ਇਹੀ ਇਸ ਧਰਤੀ ਤੇ ਸਾਡੀ ਮੌਜੂਦਗੀ ਦਾ ਕਾਰਨ ਹੈ। ਕਿਉਂਕਿ ਲੋਕ ਇਹ ਨਹੀਂ ਜਾਣਦੇ, ਉਹ ਸਿਰਫ ਇਹੀ ਸੋਚਦੇ ਹਨ, ਮੈਂ ਬਹੁਤ ਸਾਰਾ ਪੈਸਾ ਕਿਵੇਂ ਕਮਾ ਸਕਦਾ ਹਾਂ, ਮੈਂ ਦੂਜਿਆਂ ਨਾਲੋਂ ਬਿਹਤਰ ਕਿਵੇਂ ਬਣ ਸਕਦਾ ਹਾਂ। ਉਹ ਅਜਿਹੀ ਚਿੰਤਾ ਦੀ ਸਥਿਤੀ ਵਿੱਚ ਹਨ। ਇਹ ਸੱਚਮੁੱਚ ਮੰਦਭਾਗਾ ਹੈ। ਜਿਵੇਂ ਕਿ ਉਤਪਤ ਵਿੱਚ ਲਿਖਿਆ ਗਿਆ ਹੈ, ਕਿਉਂਕਿ ਪਾਪ ਭਲੇ ਅਤੇ ਬੁਰੇ ਦੇ ਸਿਆਣ ਦੇ ਬਿਰਛ ਤੋਂ ਸ਼ੁਰੂ ਹੋਇਆ। ਇਸ ਲਈ ਜੀਵਨ ਦਾ ਬਿਰਛ ਪਾਪ ਦੇ ਸਾਰੇ ਮੁੱਦਿਆਂ ਨੂੰ ਹੱਲ ਕਰਨ ਵਾਲੀ ਕੁੰਜੀ ਬਣਦਾ ਹੈ। ਇਸ ਲਈ ਬਾਈਬਲ ਵਿੱਚ ਇਹ ਲਿਖਿਆ ਹੈ ਅਤੇ ਇਹ ਉਹ ਵਾਅਦਾ ਹੈ ਜਿਹੜਾ ਉਹਨੇ ਸਾਨੂੰ ਦਿੱਤਾ ਸੀ, ਅਰਥਾਤ ਇਹ ਕੀ ਹੈ? ਇਹ ਸਦੀਪਕ ਜੀਵਨ ਹੈ। ਜੀਵਨ ਦੇ ਬਿਰਛ ਦੀ ਵਿਸ਼ੇਸ਼ਤਾ ਕੀ ਹੈ? ਜੋ ਇਸ ਨੂੰ ਖਾਂਦੇ ਹਨ ਉਹ ਉਹਨਾਂ ਦੀ ਸਦੀਪਕ ਜੀਵਨ ਵੱਲ ਅਗਵਾਈ ਕਰਦਾ ਹੈ। ਉਸ ਵਾਅਦੇ ਬਾਰੇ ਸੋਚੋ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ। ਉਹ ਸਾਨੂੰ ਸਦੀਪਕ ਜੀਵਨ ਦੇਣਾ ਹੈ। ਦੂਜੇ ਸ਼ਬਦਾਂ ਵਿੱਚ ਪਰਮੇਸ਼ਵਰ ਸਾਨੂੰ ਕੀ ਦੇਣਗੇ? ਅਦਨ ਦੇ ਬਾਗ ਦੇ ਇਤਿਹਾਸ ਬਾਰੇ ਸੋਚੋ। ਅੰਤ ਵਿੱਚ ਜੀਵਨ ਦੇ ਬਿਰਛ ਤੋਂ ਬਿਨਾਂ ਸਾਨੂੰ ਸਦੀਪਕ ਜੀਵਨ ਨਹੀਂ ਦਿੱਤਾ ਜਾ ਸਕਦਾ। ਕੀ ਇਹੀ ਕਾਰਨ ਨਹੀਂ ਹੈ ਕਿ ਪਰਮੇਸ਼ਵਰ ਨੇ ਸਾਡੇ ਨਾਲ ਸਦੀਪਕ ਜੀਵਨ ਦਾ ਵਾਅਦਾ ਕੀਤਾ? ਜਦੋਂ ਸਾਡੇ ਵਿਸ਼ਵਾਸ ਦੀ ਗੱਲ ਆਉਂਦੀ ਹੈ ਤਾਂ ਜੀਵਨ ਦੇ ਬਿਰਛ ਨੂੰ ਦੁਬਾਰਾ ਸਥਾਪਿਤ ਕੀਤੇ ਬਿਨਾਂ ਵਿਸ਼ਵਾਸ ਦੇ ਜੀਵਨ ਦੇ 100 ਸਾਲ ਵੀ ਵਿਅਰਥ ਹੋਣਗੇ। ਅਜਿਹਾ ਇਸ ਲਈ ਹੈ ਕਿਉਂਕਿ ਇਸ ਤੋਂ ਬਿਨਾਂ ਕੋਈ ਵੀ ਪਾਪ ਤੋਂ ਮੁਕਤ ਨਹੀਂ ਹੋ ਸਕਦਾ। ਫਿਰ ਜੀਵਨ ਦੇ ਬਿਰਛ ਦੀ ਅਸਲੀਅਤ ਕੀ ਹੈ? ਆਓ ਜੀਵਨ ਦੇ ਬਿਰਛ ਦੀ ਅਸਲੀਅਤ ਬਾਰੇ ਜਾਣੀਏ। ਆਓ ਅਸੀਂ ਯੂਹੰਨਾ ਦੀ ਕਿਤਾਬ ਅਧਿਆਇ 6 ਉੱਤੇ ਜਾਈਏ। ਆਓ ਅਸੀਂ ਵਚਨ 53 ਵੇਖੀਏ। ਤਦ ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਂਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਕੋਲ ਕੀ ਨਹੀਂ ਹੋਵੇਗਾ? ਤੁਹਾਡੇ ਵਿੱਚ ਜੀਵਨ ਨਹੀਂ ਹੈ। ਜੋ ਕੋਈ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਉਸ ਕੋਲ ਕੀ ਹੈ? ਸਦੀਪਕ ਜੀਵਨ ਉਸੇ ਦਾ ਹੈ। ਇੱਥੇ ਸਾਨੂੰ ਸਦੀਪਕ ਜੀਵਨ ਸ਼ਬਦ ਉੱਤੇ ਧਿਆਨ ਦੇਣ ਦੀ ਲੋੜ ਹੈ। ਮਨੁੱਖ ਜਾਤੀ ਲਈ ਜੀਵਨ ਦੇ ਬਿਰਛ ਤੋਂ ਬਿਨਾਂ ਸਦੀਪਕ ਜੀਵਨ ਪਾਉਣ ਦਾ ਕੋਈ ਰਸਤਾ ਨਹੀਂ ਹੈ। ਫਿਰ ਵੀ 2000 ਸਾਲ ਪਹਿਲਾਂ ਜਦੋਂ ਯਿਸੂ ਮਨੁੱਖ ਜਾਤੀ ਉੱਤੇ ਤਰਸ ਕਰਦੇ ਹੋਏ ਇਸ ਧਰਤੀ ਉੱਤੇ ਆਏ ਤਾਂ ਉਹਨਾਂ ਨੇ ਕਿਹੜੀ ਸਿੱਖਿਆ ਦਾ ਪ੍ਰਚਾਰ ਕੀਤਾ? ਉਹਨਾਂ ਨੇ ਕਿਹਾ, ਜੋ ਕੋਈ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਉਸ ਕੋਲ ਕੀ ਹੈ? ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ। ਕਿਉਂਕਿ ਮੇਰਾ ਮਾਂਸ ਸੱਚਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ। ਜੋ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸੋ ਮੇਰੇ ਵਿੱਚ ਰਹਿੰਦਾ ਹੈ ਅਰ ਮੈਂ ਉਸ ਵਿੱਚ। ਅਦਨ ਦੇ ਬਾਗ ਵਿੱਚ ਪਰਮੇਸ਼ਵਰ ਨੇ ਕਿਹਾ ਕਿ ਜੋ ਕੋਈ ਜੀਵਨ ਦੇ ਬਿਰਛ ਤੋਂ ਖਾਂਦਾ ਹੈ ਉਹ ਸਦੀਪਕ ਜੀਵਨ ਪ੍ਰਾਪਤ ਕਰ ਸਕਦਾ ਹੈ। ਅਤੇ ਯੂਹੰਨਾ 6 ਵਿੱਚ ਯਿਸੂ ਨੇ ਕਿਹਾ ਕਿ ਜੋ ਕੋਈ ਮਨੁੱਖ ਦੇ ਪੁੱਤਰ ਦਾ ਮਾਂਸ ਖਾਂਦਾ ਹੈ ਅਤੇ ਉਸ ਦਾ ਲਹੂ ਪੀਂਦਾ ਹੈ, ਸਦੀਪਕ ਜੀਵਨ ਉਸੇ ਦਾ ਹੈ। ਨਵੇਂ ਨੇਮ ਵਿੱਚ ਇਸ ਜੋੜੇ ਵਚਨ ਦੁਆਰਾ ਅਸੀਂ ਜੀਵਨ ਦੇ ਬਿਰਛ ਦੀ ਅਸਲੀਅਤ ਨੂੰ ਸਮਝ ਸਕਦੇ ਹਾਂ। ਅਦਨ ਦੇ ਬਾਗ ਵਿੱਚ ਯਿਸੂ ਦਾ ਮਾਂਸ ਅਤੇ ਉਹਨਾਂ ਦਾ ਲਹੂ ਕਿਸ ਨੂੰ ਦਰਸਾਉਂਦਾ ਹੈ? ਜੇ ਅਸੀਂ ਸਮੱਸਿਆ ਦੀ ਡੂੰਘਾਈ ਨਾਲ ਜਾਂਚ ਕਰੀਏ ਤਾਂ ਅਸੀਂ ਇਸ ਦਾ ਜਵਾਬ ਲੱਭ ਸਕਦੇ ਹਾਂ। ਕੀ ਲੋਕ ਇਹ ਨਹੀਂ ਕਹਿੰਦੇ ਕਿ ਜਿੱਥੇ ਸਮੱਸਿਆ ਹੈ ਉੱਥੇ ਹੱਲ ਵੀ ਹੈ? ਪਾਪ ਦਾ ਹੱਲ ਅਦਨ ਦੇ ਬਾਗ ਵਿੱਚ ਹੈ। ਕਿਉਂਕਿ ਇਹ ਲਿਖਿਆ ਗਿਆ ਹੈ ਕਿ ਅਦਨ ਦੇ ਬਾਗ ਵਿੱਚ ਜੀਵਨ ਦੇ ਬਿਰਛ ਤੋਂ ਇਲਾਵਾ ਸਦੀਪਕ ਜੀਵਨ ਦਾ ਕੋਈ ਹੋਰ ਰਸਤਾ ਨਹੀਂ ਹੈ। ਇਸ ਲਈ ਯਿਸੂ ਦਾ ਮਾਂਸ ਅਤੇ ਲਹੂ ਕਿਸ ਨੂੰ ਦਰਸਾਉਂਦਾ ਹੈ? ਯਿਸੂ ਦਾ ਮਾਂਸ ਅਤੇ ਲਹੂ ਜੀਵਨ ਦੇ ਬਿਰਛ ਨੂੰ ਦਰਸਾਉਂਦਾ ਹੈ। ਪੁਰਾਣਾ ਨੇਮ ਇੱਕ ਪਰਛਾਵਾਂ ਹੈ ਅਤੇ ਨਵਾਂ ਨੇਮ ਅਸਲੀਅਤ ਹੈ। ਅਦਨ ਦੇ ਬਾਗ ਵਿੱਚ ਜੀਵਨ ਦਾ ਬਿਰਛ ਇੱਕ ਪਰਛਾਵਾਂ ਹੈ। ਅਸਲੀਅਤ ਕੀ ਹੈ? ਮਸੀਹ ਆਪਣੇ ਮਾਂਸ ਅਤੇ ਲਹੂ ਦੁਆਰਾ ਮਨੁੱਖ ਜਾਤੀ ਨੂੰ ਸਦੀਪਕ ਜੀਵਨ ਦੇਣ ਦਾ ਵਾਅਦਾ ਕਰਦੇ ਹਨ, ਜੋ ਕਿ ਜੀਵਨ ਦੇ ਬਿਰਛ ਦੀ ਅਸਲੀਅਤ ਹੈ।
ਫਿਰ ਅਸੀਂ ਯਿਸੂ ਦਾ ਮਾंस ਕਿਵੇਂ ਖਾ ਸਕਦੇ ਹਾਂ ਅਤੇ ਉਹਨਾਂ ਦਾ ਲਹੂ ਕਿਵੇਂ ਪੀ ਸਕਦੇ ਹਾਂ? ਜੇ ਇਸ ਨੂੰ ਗਲਤ ਸਮਝਿਆ ਜਾਂਦਾ ਹੈ ਤਾਂ ਪਹਿਲੇ ਚਰਚ ਵਾਂਗ ਜ਼ੁਲਮ ਹੋ ਸਕਦਾ ਹੈ। ਪਹਿਲੇ ਚਰਚ ਦੇ ਸਮੇਂ ਵਿੱਚ ਜਦੋਂ ਗੈਰ ਕੌਮਾਂ ਨੇ ਈਸਾਈਆਂ ਨੂੰ ਸਤਾਇਆ ਤਾਂ ਉਹਨਾਂ ਨੇ ਇਹ ਕਹਿੰਦੇ ਹੋਏ ਉਹਨਾਂ ਉੱਤੇ ਦੋਸ਼ ਲਗਾਇਆ, ਈਸਾਈ ਮਨੁੱਖ ਦਾ ਮਾंस ਖਾਂਦੇ ਹਨ। ਉਹ ਇੱਕ ਖਤਰਨਾਕ ਸੰਗਠਨ ਹਨ। ਉਹਨਾਂ ਨੇ ਈਸਾਈਆਂ ਉੱਤੇ ਅਜਿਹੀਆਂ ਬੁਰੀਆਂ ਅਫਵਾਹਾਂ ਨਾਲ ਕਲੰਕ ਲਗਾਇਆ ਅਤੇ ਉਹਨਾਂ ਨੂੰ ਅਖਾੜੇ ਵਿੱਚ ਸ਼ੇਰਾਂ ਦੇ ਭੋਜਨ ਅਤੇ ਮਨੁੱਖੀ ਮੋਮਬੱਤੀਆਂ ਬਣਾਇਆ। ਇਸ ਤਰ੍ਹਾਂ ਉਹਨਾਂ ਨੇ ਈਸਾਈਆਂ ਨੂੰ ਕੁਤਰਮੀ ਕਿਹਾ ਅਤੇ ਉਹਨਾਂ ਨੂੰ ਮਾਰ ਦਿੱਤਾ। ਯਿਸੂ ਨੇ ਕਿਹਾ, ਜਿਹੜਾ ਮਨੁੱਖ ਦੇ ਪੁੱਤਰ ਦਾ ਮਾंस ਖਾਂਦਾ ਹੈ ਅਤੇ ਉਸ ਦਾ ਲਹੂ ਪੀਂਦਾ ਹੈ, ਸਦੀਪਕ ਜੀਵਨ ਉਸ ਦਾ ਹੈ। ਇਹ ਸਿੱਖਿਆ ਪਹਿਲੇ ਚਰਚ ਵਿੱਚ ਮੰਨੀ ਗਈ ਸੀ। ਫਿਰ ਅਸੀਂ ਕਿਵੇਂ ਮਸੀਹ ਦਾ ਮਾंस ਖਾ ਸਕਦੇ ਹਾਂ ਅਤੇ ਉਹਨਾਂ ਦਾ ਲਹੂ ਪੀ ਸਕਦੇ ਹਾਂ? ਆਓ ਅਸੀਂ ਮੱਤੀ ਦੀ ਕਿਤਾਬ ਅਧਿਆਇ 26 ਉੱਤੇ ਜਾਈਏ। ਮੱਤੀ ਅਧਿਆਇ 26 ਵਚਨ 17 ਵਿੱਚ ਇਹ ਲਿਖਿਆ ਹੈ, ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾਹ ਤਿਆਰ ਕਰੀਏ? ਤਾਂ ਉਹਨੇ ਕਿਹਾ, ਸ਼ਹਿਰ ਵਿੱਚ ਫਲਾਣੇ ਕੋਲ ਜਾ ਕੇ ਉਹਨੂੰ ਕਹੋ, ਭਈ ਗੁਰੂ ਆਖਦਾ ਹੈ, ਮੇਰਾ ਵੇਲਾ ਨੇੜੇ ਆ ਗਿਆ। ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾਹ ਦਾ ਤਿਉਹਾਰ ਕਰਾਂਗਾ। ਚੇਲਿਆਂ ਨੇ ਜਿਸ ਤਰ੍ਹਾਂ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਕੀਤਾ ਅਤੇ ਉਹਨਾਂ ਨੇ ਕੀ ਤਿਆਰ ਕੀਤਾ? ਪਸਾਹ ਤਿਆਰ ਕੀਤਾ। ਜੀਵਨ ਦੇ ਬਿਰਛ, ਯਿਸੂ ਦੇ ਮਾंस ਅਤੇ ਲਹੂ ਅਤੇ ਪਸਾਹ ਵਿਚਕਾਰ ਕੀ ਸੰਬੰਧ ਹੈ? ਆਓ ਇਸ ਦਾ ਜਵਾਬ ਵਚਨ 26 ਵਿੱਚ ਲੱਭੀਏ। ਵਚਨ 26, ਜਦ ਉਹ ਖਾ ਰਹੇ ਸਨ, ਜਦ ਉਹ ਪਸਾਹ ਮਨਾ ਰਹੇ ਸੀ, ਤਦ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਰ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਕੀ ਹੈ? ਇਹ ਮੇਰਾ ਸਰੀਰ ਹੈ। ਉਹਨਾਂ ਨੇ ਕਿਹਾ ਕਿ ਪਸਾਹ ਦੀ ਰੋਟੀ ਉਹਨਾਂ ਦਾ ਸਰੀਰ ਹੈ। ਵਚਨ 27, ਫਿਰ ਉਹਨੇ ਪਿਆਲਾ ਲੈ ਕੇ, ਪਿਆਲੇ ਵਿੱਚ ਪਸਾਹ ਦਾ ਦਾਖਰਸ ਸੀ, ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ। ਯਿਸੂ ਨੇ ਉਹਨਾਂ ਨੂੰ ਕੀ ਕਰਨ ਦਾ ਹੁਕਮ ਦਿੱਤਾ? ਤੁਸੀਂ ਸਾਰੇ ਇਸ ਵਿੱਚੋਂ ਪੀਓ, ਕਿਉਂ ਜੋ ਨੇਮ ਦਾ, ਇਹ ਕਿਸ ਦਾ ਲਹੂ ਹੈ? ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਆਓ ਅਸੀਂ ਯੂਹੰਨਾ ਅਧਿਆਇ 6 ਅਤੇ ਮੱਤੀ ਅਧਿਆਇ 26 ਦੇ ਵਚਨਾਂ ਨੂੰ ਜੋੜੇ ਵਚਨਾਂ ਦੇ ਰੂਪ ਵਿੱਚ ਦੇਖੀਏ। ਯਿਸੂ ਨੇ ਕਿਹਾ, ਜਿਹੜਾ ਮਨੁੱਖ ਦੇ ਪੁੱਤਰ ਦਾ ਮਾंस ਖਾਂਦਾ ਹੈ ਅਤੇ ਉਸ ਦਾ ਲਹੂ ਪੀਂਦਾ ਹੈ, ਸਦੀਪਕ ਜੀਵਨ ਉਸੇ ਦਾ ਹੈ। ਜਿਵੇਂ ਕਿ ਅਸੀਂ ਹੁਣੇ ਪੜ੍ਹਿਆ ਹੈ, ਪਸਾਹ ਦੀ ਰੋਟੀ ਅਤੇ ਦਾਖਰਸ ਉਹਨਾਂ ਦੇ ਮਾंस ਅਤੇ ਲਹੂ ਨੂੰ ਦਰਸਾਉਂਦਾ ਹੈ। ਇਸ ਲਈ ਪਸਾਹ ਵਿੱਚ ਹਿੱਸਾ ਲੈਣ ਵਾਲਿਆਂ ਬਾਰੇ ਕੀ ਕਿਹਾ ਜਾ ਸਕਦਾ ਹੈ? ਉਹ ਹਨ ਜੋ ਯਿਸੂ ਦਾ ਮਾंस ਖਾਂਦੇ ਹਨ ਅਤੇ ਉਹਨਾਂ ਦਾ ਲਹੂ ਪੀਂਦੇ ਹਨ। ਇਸ ਤਰ੍ਹਾਂ ਉਹ ਯਿਸੂ ਦੇ ਸਦੀਪਕ ਜੀਵਨ ਦੇਣ ਦੇ ਵਾਅਦੇ ਵਿੱਚ ਹਿੱਸਾ ਲੈ ਸਕਦੇ ਹਨ। ਦੂਜੇ ਸ਼ਬਦਾਂ ਵਿੱਚ, ਪਸਾਹ ਜੀਵਨ ਦਾ ਬਿਰਛ ਹੈ। ਅੱਜ ਕੱਲ੍ਹ ਸਮੁੰਦਰ ਦੇ ਕੰਢੇ ਦੀ ਰੇਤ ਵਾਂਗ ਅਣਗਿਣਤ ਚਰਚ ਹਨ, ਪਰ ਉਹ ਪਸਾਹ ਨਹੀਂ ਮਨਾਉਂਦੇ। ਇਹ ਤੱਥ ਕਿ ਉਹ ਪਸਾਹ ਨਹੀਂ ਮਨਾਉਂਦੇ ਹਨ, ਇਹ ਦਿਖਾਉਂਦਾ ਹੈ ਕਿ ਉਹਨਾਂ ਕੋਲ ਜੀਵਨ ਦਾ ਬਿਰਛ ਨਹੀਂ ਹੈ। ਇਹ ਤੱਥ ਕਿ ਉਹਨਾਂ ਕੋਲ ਜੀਵਨ ਦਾ ਬਿਰਛ ਨਹੀਂ ਹੈ, ਇਹ ਸਾਬਤ ਕਰਦਾ ਹੈ ਕਿ ਉਹ ਪਾਪ ਦੇ ਕਾਬੂ ਵਿੱਚ ਹਨ। ਕੀ ਪਸਾਹ ਦਾ ਤਿਉਹਾਰ ਉਹ ਸੱਚਾਈ ਨਹੀਂ ਹੈ ਜੋ ਸਾਨੂੰ ਪਾਪ ਅਤੇ ਮੌਤ ਦੀ ਸ਼ਕਤੀ ਤੋਂ ਬਚਾਉਂਦੀ ਹੈ? ਕੀ ਪਸਾਹ ਦਾ ਤਿਉਹਾਰ ਸਾਨੂੰ ਸਦੀਪਕ ਜੀਵਨ ਪਾਉਣ ਦੀ ਇਜਾਜ਼ਤ ਨਹੀਂ ਦਿੰਦਾ? ਇਸ ਲਈ ਮਨੁੱਖਾਂ ਨੂੰ ਸਭ ਤੋਂ ਵੱਧ ਕਿਸ ਦੀ ਲੋੜ ਹੈ? ਇਹ ਭੌਤਿਕ ਸੰਪਤੀ ਜਾਂ ਆਰਾਮਦਾਇਕ ਗਿਆਨ ਜਾਂ ਲੋਕਾਂ ਦੀ ਪ੍ਰਸ਼ੰਸਾ ਨਹੀਂ ਹੈ। ਕੋਈ ਵੀ ਇਹਨਾਂ ਚੀਜ਼ਾਂ ਨਾਲ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਕੀ ਸਵਰਗ ਦਾ ਰਾਜ ਉਹ ਥਾਂ ਨਹੀਂ ਹੈ ਜਿੱਥੇ ਅਸੀਂ ਜੀਵਨ ਦੇ ਬਿਰਛ ਦੀ ਸੱਚਾਈ ਨਾਲ ਪ੍ਰਵੇਸ਼ ਕਰ ਸਕਦੇ ਹਾਂ? ਇਸੇ ਕਾਰਨ ਪਰਮੇਸ਼ਵਰ ਇਸ ਧਰਤੀ ਉੱਤੇ ਆਏ ਅਤੇ ਸੱਚਾਈ ਦੇ ਨਿਯਮ, ਪਸਾਹ ਦੀ ਸਥਾਪਨਾ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਇਸ ਨੂੰ ਨਵਾਂ ਨੇਮ ਕਿਹਾ। ਆਓ ਅਸੀਂ ਲੂਕਾ ਦੀ ਕਿਤਾਬ ਦੇ ਅਧਿਆਇ 22 ਵਚਨ 7 ਉੱਤੇ ਜਾਈਏ। ਆਓ ਅਸੀਂ ਅਧਿਆਇ 22 ਵਚਨ 7 ਉੱਤੇ ਇੱਕ ਨਜ਼ਰ ਪਾਈਏ।
ਪਤੀਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾਹ ਦੇ ਲਈ ਬਲੀਦਾਨ ਕਰਨਾ ਸੀ। ਅਤੇ ਉਸਨੇ ਪਤਰਸ ਅਤੇ ਯੂਹੰਨਾ ਨੂੰ ਇਹ ਕਹਿ ਕੇ ਘੱਲਿਆ, ਭਈ ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ ਤਾਂ ਅਸੀਂ ਖਾਈਏ। ਆਓ ਅਸੀਂ ਵਚਨ 13 ਉੱਤੇ ਜਾਈਏ। ਸੋ ਉਹਨਾਂ ਜਾ ਕੇ ਜਿਹੋ ਜਿਹਾ ਉਸਨੇ ਉਹਨਾਂ ਨੂੰ ਦੱਸਿਆ ਸੀ ਤਿਹੋ ਜਿਹਾ ਡਿੱਠਾ ਅਤੇ ਪਸਾਹ ਤਿਆਰ ਕੀਤੀ। ਜਦ ਘੜੀਆ ਪਹੁੰਚੀ ਤਾਂ ਉਹ ਖਾਣ ਬੈਠਾ ਅਤੇ ਰਸੂਲ ਉਹਦੇ ਨਾਲ ਬੈਠੇ। ਉਸਨੇ ਉਹਨਾਂ ਨੂੰ ਕਿਹਾ ਕਿ ਮੈਂ ਵੱਡੀ ਇੱਛਾ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ। ਯਿਸੂ ਨੇ ਕੀ ਕਰਨ ਦੀ ਵੱਡੀ ਇੱਛਾ ਕੀਤੀ? ਇਹ ਪਸਾਹ ਤੁਹਾਡੇ ਨਾਲ ਖਾਵਾਂ। ਕੀ ਤੁਸੀਂ ਸਮਝ ਸਕਦੇ ਹੋ ਕਿ ਯਿਸੂ ਨੇ ਇਸ ਪਸਾਹ ਨੂੰ ਖਾਣ ਦੀ ਬਹੁਤ ਇੱਛਾ ਕੀਤੀ? ਅਜਿਹਾ ਇਸ ਲਈ ਹੈ ਕਿਉਂਕਿ ਪਸਾਹ ਤੋਂ ਬਿਨਾਂ ਮਨੁੱਖ ਜਾਤੀ ਦੇ ਪਾਪਾਂ ਦਾ ਕੋਈ ਹੱਲ ਨਹੀਂ ਹੈ। ਸਾਡੇ ਲਈ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੀ ਸਭ ਤੋਂ ਮਹੱਤਵਪੂਰਨ ਕੁੰਜੀ ਇਸ ਸੱਚਾਈ ਦੇ ਅੰਦਰ ਹੈ। ਇਸ ਲਈ ਯਿਸੂ ਨੇ ਕਿਹਾ, ਮੈਂ ਵੱਡੀ ਇੱਛਾ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ। ਕੇਵਲ ਤਦ ਹੀ ਜੀਵਨ ਦੇ ਬਿਰਛ ਦਾ ਰਸਤਾ ਜੋ ਬੰਦ ਹੋ ਗਿਆ ਸੀ ਅੰਤ ਵਿੱਚ ਖੋਲ੍ਹਿਆ ਜਾ ਸਕਦਾ ਹੈ। ਆਓ ਪਸਾਹ ਮਨਾਉਣ ਦਾ ਦ੍ਰਿਸ਼ ਦੇਖੀਏ। ਆਓ ਅਸੀਂ ਵਚਨ 19 ਉੱਤੇ ਜਾਈਏ। ਵਚਨ 19 ਤਾਂ ਉਸਨੇ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਇਹ ਕਹਿ ਕੇ ਉਹਨਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ। ਯਿਸੂ ਨੇ ਕਿਹਾ ਕਿ ਪਸਾਹ ਦੀ ਰੋਟੀ ਉਹਨਾਂ ਦਾ ਸਰੀਰ ਹੈ। ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ। ਅਤੇ ਖਾਣ ਦੇ ਪਿੱਛੋਂ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ ਕਿ ਪਿਆਲੇ ਵਿੱਚ ਪਸਾਹ ਦਾ ਦਾਖਰ ਸੀ। ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ। ਇਹ ਪਿਆਲਾ ਕੀ ਹੈ? ਨਵਾਂ ਨੇਮ ਹੈ। ਪਸਾਹ ਨਵੇਂ ਨੇਮ ਦੀ ਸੱਚਾਈ ਹੈ। ਨਵੇਂ ਨੇਮ ਦੁਆਰਾ ਅਸੀਂ ਪਾਪਾਂ ਦੀ ਮਾਫੀ ਪ੍ਰਾਪਤ ਕਰ ਸਕਦੇ ਹਾਂ। ਨਵੇਂ ਨੇਮ ਦੁਆਰਾ ਮਸੀਹ ਪਰਮੇਸ਼ਵਰ ਅਤੇ ਸਾਡੇ ਵਿਚਕਾਰ ਵਿਚੋਲੇ ਦੀ ਭੂਮਿਕਾ ਨਿਭਾਉਂਦੇ ਹਨ। ਉਹ ਸਾਡੇ ਸਾਰੇ ਪਾਪਾਂ ਨੂੰ ਮਾਫ ਕਰਦੇ ਹਨ ਅਤੇ ਸਾਡੇ ਪਾਪਾਂ ਨੂੰ ਹੋਰ ਯਾਦ ਨਹੀਂ ਕਰਨਗੇ। ਉਹ ਸਾਨੂੰ ਸਵਰਗੀ ਵਿਰਾਸਤ, ਸਵਰਗ ਦਾ ਰਾਜ ਵੀ ਦਿੰਦੇ ਹਨ। ਇਹਨਾਂ ਸਾਰੇ ਕਾਰਨਾਂ ਕਰਕੇ ਉਹ ਸਾਡੇ ਲਈ ਜੀਵਨ ਦਾ ਬਿਰਛ ਸੱਚਾਈ ਪਸਾਹ ਲੈ ਕੇ ਆਏ। ਫਿਰ ਕੀ ਕੋਈ ਵੀ ਪਸਾਹ ਲਿਆ ਸਕਦਾ ਹੈ? ਜਦੋਂ ਅਸੀਂ ਜਾਂਚ ਕਰਦੇ ਹਾਂ ਕਿ ਉਤਪਤ ਵਿੱਚ ਕੀ ਲਿਖਿਆ ਹੈ, ਤਾਂ ਅਸੀਂ ਪਾ ਸਕਦੇ ਹਾਂ ਕਿ ਪਰਮੇਸ਼ਵਰ ਨੇ ਜੀਵਨ ਦੇ ਬਿਰਛ ਦੇ ਰਸਤੇ ਨੂੰ ਰੋਕਣ ਲਈ ਕਰੂਬਾਂ ਨੂੰ ਰੱਖਿਆ। ਇਹ ਹਰ ਕਿਸੇ ਦੁਆਰਾ ਲਿਆਇਆ ਨਹੀਂ ਜਾ ਸਕਦਾ ਹੈ। ਫਿਰ ਇਸ ਰਾਹ ਨੂੰ ਕੌਣ ਖੋਲ੍ਹ ਸਕਦਾ ਹੈ? ਜਵਾਬ ਸਪਸ਼ਟ ਹੋ ਜਾਂਦਾ ਹੈ ਜਦੋਂ ਅਸੀਂ ਵਿਚਾਰ ਕਰਦੇ ਹਾਂ ਕਿ ਜੀਵਨ ਦੇ ਬਿਰਛ ਦਾ ਰਸਤਾ ਕਿਸ ਨੇ ਬੰਦ ਕੀਤਾ। ਰਸਤਾ ਕਿਸ ਨੇ ਬੰਦ ਕੀਤਾ? ਉਹ ਪਰਮੇਸ਼ਵਰ ਸੀ ਜਿਨ੍ਹਾਂ ਨੇ ਇਸ ਨੂੰ ਬੰਦ ਕੀਤਾ। ਇਸ ਲਈ ਜੇਕਰ ਕੋਈ ਰਾਸ਼ਟਰਪਤੀ ਆ ਕੇ ਕਹਿੰਦਾ ਹੈ ਰਾਹ ਖੋਲੋ, ਤਾਂ ਕੀ ਉਹ ਰਾਹ ਖੁੱਲ੍ਹ ਜਾਏਗਾ ਜਿਸ ਨੂੰ ਪਰਮੇਸ਼ਵਰ ਨੇ ਬੰਦ ਕਰ ਦਿੱਤਾ ਸੀ? ਇਸ ਰਾਹ ਨੂੰ ਕੌਣ ਖੋਲ੍ਹ ਸਕਦਾ ਹੈ? ਇਹ ਕੇਵਲ ਪਰਮੇਸ਼ਵਰ ਹਨ। ਪਰਮੇਸ਼ਵਰ ਨੂੰ ਆਉਣਾ ਚਾਹੀਦਾ ਹੈ ਅਤੇ ਸਾਡੇ ਲਈ ਰਾਹ ਖੋਲ੍ਹਣਾ ਚਾਹੀਦਾ ਹੈ। ਇਸੇ ਲਈ ਯਿਸੂ ਮਸੀਹ, ਪਰਮੇਸ਼ਵਰ ਜੋ ਸਰੀਰ ਵਿੱਚ ਇਸ ਧਰਤੀ ਉੱਤੇ ਆਏ ਸੀ, ਨੇ ਆਪਣੇ ਪਹਿਲੀ ਵਾਰ ਆਉਣ ਤੇ ਰਾਹ ਖੋਲ੍ਹਿਆ। ਉਹਨਾਂ ਨੇ ਨਵੇਂ ਨੇਮ ਪਸਾਹ ਵਿੱਚ ਜੀਵਨ ਦੇ ਬਿਰਛ ਦੀ ਸੱਚਾਈ ਰੱਖੀ। ਹਾਲਾਂਕਿ ਕੁਝ ਮੰਦਭਾਗਾ ਹੋਇਆ। ਯਿਸੂ ਦੇ ਸਵਰਗ ਜਾਣ ਤੋਂ ਬਾਅਦ ਚਰਚ ਨੇ ਲਗਭਗ 100 ਸਾਲਾਂ ਲਈ ਪਸਾਹ ਮਨਾਇਆ। ਪਰ 155 ਈਸਵੀ ਦੇ ਆਸ-ਪਾਸ ਵਿਵਾਦ ਪੈਦਾ ਹੋਏ। ਉਸ ਸਮੇਂ ਚਰਚ ਪੂਰਬੀ ਚਰਚ ਅਤੇ ਪੱਛਮੀ ਚਰਚ ਵਿੱਚ ਵੰਡਿਆ ਗਿਆ ਸੀ। ਅਸੀਂ ਇਸ ਨੂੰ ਚਰਚ ਦੇ ਇਤਿਹਾਸ ਵਿੱਚ ਲੱਭ ਸਕਦੇ ਹਾਂ। ਪੌਲੀਕਾਰਪ ਪੂਰਬੀ ਚਰਚ ਦਾ ਪ੍ਰਤੀਨਿਧੀ ਸੀ। ਉਸਨੇ ਕਿਹਾ, ਸਾਨੂੰ ਨੀਸਾਨ ਮਹੀਨੇ ਦੇ 14ਵੇਂ ਦਿਨ ਤੋਂ ਇਲਾਵਾ ਕਿਸੇ ਹੋਰ ਦਿਨ ਪਸਾਹ ਦਾ ਪਰਬ ਨਹੀਂ ਮਨਾਉਣਾ ਚਾਹੁੰਦਾ। ਯਿਸੂ ਮਸੀਹ ਨੇ ਇਹੀ ਕੀਤਾ ਸੀ ਅਤੇ ਸਾਰੇ ਰਸੂਲਾਂ ਨੇ ਵੀ ਨੀਸਾਨ ਮਹੀਨੇ ਦੇ 14ਵੇਂ ਦਿਨ ਪਸਾਹ ਮਨਾਇਆ ਸੀ। ਇਸ ਤਾਰੀਖ ਤੋਂ ਇਲਾਵਾ ਕਿਸੇ ਹੋਰ ਐਤਵਾਰ ਨੂੰ ਪਸਾਹ ਦਾ ਪਰਬ ਮਨਾਉਣਾ ਬਕਵਾਸ ਹੈ। 155 ਈਸਵੀ ਵਿੱਚ ਪੱਛਮੀ ਚਰਚ ਦੇ ਐਨੀਕੇਟਸ ਅਤੇ ਪੂਰਬੀ ਚਰਚ ਵਿੱਚ ਪੌਲੀਕਾਰਪ ਵਿਚਕਾਰ ਪਹਿਲਾ ਵਿਵਾਦ ਪੈਦਾ ਹੋਇਆ, ਪਰ ਉਹ ਇੱਕ ਸਮਝੌਤੇ ਤੇ ਨਹੀਂ ਪਹੁੰਚ ਸਕੇ। ਫਿਰ 197 ਈਸਵੀ ਦੇ ਆਸ-ਪਾਸ ਪਸਾਹ ਨੂੰ ਖਤਮ ਕਰਨ ਦੀ ਦੂਜੀ ਕੋਸ਼ਿਸ਼ ਸ਼ੁਰੂ ਹੋਈ। ਪੋਪ ਵਿਕਟਰ ਨੇ ਘੋਸ਼ਣਾ ਕੀਤੀ, ਪਸਾਹ ਐਤਵਾਰ ਨੂੰ ਮਨਾਇਆ ਜਾਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਮਜਬੂਰ ਕੀਤਾ। ਜਵਾਬ ਵਿੱਚ ਪੂਰਬੀ ਚਰਚ ਵਿੱਚ ਪੌਲੀਕਰੇਟਸ ਨੇ ਉਸ ਦਾ ਵਿਰੋਧ ਕੀਤਾ।
8ਵੇਂ ਬਿਸ਼ਪ ਦੇ ਰੂਪ ਵਿੱਚ ਮੈਂ ਕਦੇ ਵੀ ਪੂਰਵਜਾਂ ਨੂੰ ਨੀਸਾਨ ਦੇ 14ਵੇਂ ਦਿਨ ਤੋਂ ਇਲਾਵਾ ਕਿਸੇ ਹੋਰ ਦਿਨ ਪਸਾਹ ਦਾ ਤਿਉਹਾਰ ਮਨਾਉਂਦੇ ਹੋਏ ਨਹੀਂ ਦੇਖਿਆ। ਇਹ ਚਰਚ ਦੇ ਇਤਿਹਾਸ ਵਿੱਚ ਦਰਜ ਹੈ। ਇਹ ਕੁਝ ਅਜਿਹਾ ਹੈ ਜਿਸ ਨੂੰ ਮੈਂ ਪਹਿਲਾਂ ਕਦੇ ਨਹੀਂ ਵੇਖਿਆ। ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ। 197 ਈਸਵੀ ਦੇ ਆਸ-ਪਾਸ ਦੂਜਾ ਵਿਵਾਦ ਹੋਇਆ, ਪਰ ਇਹ ਕੋਸ਼ਿਸ਼ ਇੱਕ ਵਾਰ ਫਿਰ ਅਸਫਲ ਰਹੀ। ਹਾਲਾਂਕਿ 325 ਈਸਵੀ ਵਿੱਚ ਜੀਵਨ ਦੇ ਬਿਰਛ ਦੀ ਸੱਚਾਈ ਪਸਾਹ ਖਤਮ ਕਰ ਦਿੱਤਾ ਗਿਆ। ਇਹ ਸਭ ਤੋਂ ਵੱਡਾ ਤੋਹਫਾ ਜੋ ਯਿਸੂ ਨੇ ਮਨੁੱਖਜਾਤੀ ਨੂੰ ਦਿੱਤਾ ਸੀ, ਨਸ਼ਟ ਕਰ ਦਿੱਤਾ ਗਿਆ ਸੀ। ਕਿਉਂਕਿ ਮਨੁੱਖਜਾਤੀ ਭਲੇ ਅਤੇ ਬੁਰੇ ਦੇ ਸਿਆਣ ਦੇ ਬਿਰਛ ਤੋਂ ਖਾਣ ਦੁਆਰਾ ਮਰਨ ਲਈ ਤੈਅ ਹੈ, ਇਸ ਲਈ ਉਹਨਾਂ ਨੂੰ ਜੀਵਨ ਦੇ ਬਿਰਛ ਦੀ ਲੋੜ ਹੈ। ਉਹਨਾਂ ਨੂੰ ਜਿਸ ਚੀਜ਼ ਦੀ ਲੋੜ ਹੈ ਉਹ ਪੈਸੇ ਜਾਂ ਕਿਸੇ ਕਿਸਮ ਦੀ ਸਿੱਖਿਆ ਜਾਂ ਪ੍ਰਸਿੱਧੀ ਜਾਂ ਸ਼ਕਤੀ ਨਹੀਂ ਹੈ। ਹਾਲਾਂਕਿ 155, 197 ਅਤੇ 325 ਵਿੱਚ ਜੀਵਨ ਦੇ ਬਿਰਛ ਪਸਾਹ ਦੀ ਸੱਚਾਈ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਅੰਤ ਵਿੱਚ ਰੋਮਨ ਸਮਰਾਟ ਕੌਂਸਟੈਂਟੀਨ ਨੇ ਪੂਰਬੀ ਅਤੇ ਪੱਛਮੀ ਦੋਨਾਂ ਚਰਚਾਂ ਤੋਂ ਸਾਰੇ ਬਿਸ਼ਪਾਂ, ਆਧੁਨਿਕ ਸ਼ਬਦਾਂ ਵਿੱਚ ਪਾਦਰੀਆਂ ਨੂੰ ਇਕੱਠਾ ਕੀਤਾ ਅਤੇ ਸਮਰਾਟ ਦੇ ਰੂਪ ਵਿੱਚ ਆਪਣੇ ਅਧਿਕਾਰ ਨਾਲ ਉਸਨੇ 325 ਈਸਵੀ ਵਿੱਚ ਨਿਕਿਆ ਦੀ ਪਰਿਸ਼ਦ ਵਿੱਚ ਪਸਾਹ ਨੂੰ ਖਤਮ ਕਰ ਦਿੱਤਾ। ਪਸਾਹ ਦਾ ਖਾਤਮਾ ਉਮੀਦ ਦੀ ਅਣਹੋਂਦ ਨੂੰ ਦਰਸਾਉਂਦਾ ਹੈ। ਮਨੁੱਖ ਜਾਤੀ ਲਈ ਜਿਨ੍ਹਾਂ ਨੇ ਸਵਰਗ ਵਿੱਚ ਪਾਪ ਕੀਤਾ, ਸਭ ਤੋਂ ਜ਼ਰੂਰੀ ਤੱਤ ਨਵੇਂ ਨੇਮ ਦਾ ਪਸਾਹ ਹੈ ਜਿਸ ਨੂੰ ਯਿਸੂ ਨੇ ਮਨੁੱਖ ਜਾਤੀ ਨੂੰ ਇੱਕ ਤੋਹਫੇ ਦੇ ਰੂਪ ਵਿੱਚ ਦਿੱਤਾ ਸੀ। ਫਿਰ ਵੀ ਉਹਨਾਂ ਨੇ ਲੋਕਾਂ ਨੂੰ ਉਸ ਨੂੰ ਮਨਾਉਣ ਲਈ ਮਨਾ ਕੀਤਾ ਅਤੇ ਇਸ ਨੂੰ ਮਨਾਉਣ ਵਾਲਿਆਂ ਨੂੰ ਜੇਲ੍ਹ ਵਿੱਚ ਸੁੱਟਿਆ। 1600 ਸਾਲਾਂ ਦੇ ਲੰਬੇ ਅਰਸੇ ਦੌਰਾਨ ਲੋਕ ਪਸਾਹ ਨਹੀਂ ਮਨਾ ਰਹੇ ਹਨ ਅਤੇ ਇਹ ਅੱਜ ਤੱਕ ਜਾਰੀ ਹੈ। ਪਰ ਪਰਮੇਸ਼ਵਰ ਦੇ ਇਸ ਧਰਤੀ ਉੱਤੇ ਆਉਣ ਦਾ ਮਕਸਦ ਕੀ ਹੈ? ਉਹ ਮਨੁੱਖ ਜਾਤੀ ਨੂੰ ਬਚਾਉਣ ਲਈ ਆਏ ਹਨ। ਉਹ ਉਹਨਾਂ ਲੋਕਾਂ ਦੀ ਮੁਕਤੀ ਲਈ ਦੂਜੀ ਵਾਰ ਪ੍ਰਗਟ ਹੋਣਗੇ ਜੋ ਉਹਨਾਂ ਦੀ ਉਡੀਕ ਕਰ ਰਹੇ ਹਨ। ਜਦੋਂ ਉਹ ਦੂਜੀ ਵਾਰ ਆਉਣਗੇ ਤਾਂ ਉਹਨਾਂ ਨੂੰ ਖਾਲੀ ਹੱਥ ਨਹੀਂ ਆਉਣਾ ਚਾਹੀਦਾ। ਉਹਨਾਂ ਨੂੰ ਕੀ ਲਿਆਉਣਾ ਚਾਹੀਦਾ ਹੈ? ਉਹਨਾਂ ਨੂੰ ਮਨੁੱਖ ਜਾਤੀ ਨੂੰ ਉਹਨਾਂ ਦੇ ਪਾਪਾਂ ਤੋਂ ਛੁਟਕਾਰਾ ਦੇਣ ਲਈ ਜੀਵਨ ਦੇ ਬਿਰਛ ਨੂੰ ਲਿਆਉਣਾ ਚਾਹੀਦਾ ਹੈ। ਇਸ ਲਈ ਜਦੋਂ ਉਹ ਦੂਜੀ ਵਾਰ ਆਉਣਗੇ ਤਾਂ ਉਹਨਾਂ ਨੂੰ ਪਸਾਹ, ਜੀਵਨ ਦੇ ਬਿਰਛ ਦੀ ਸੱਚਾਈ ਲਿਆਉਣੀ ਚਾਹੀਦੀ ਹੈ। ਇਹ ਮੇਰੇ ਆਪਣੇ ਸ਼ਬਦ ਜਾਂ ਵਿਚਾਰ ਨਹੀਂ ਹਨ। ਇਹ ਬਾਈਬਲ ਦੀਆਂ ਸਿੱਖਿਆਵਾਂ ਹਨ ਅਤੇ ਉਹ ਹੈ ਜੋ ਮਸੀਹ ਆਨ ਸਾਂਗ ਹੋਂਗ ਜੀ ਨੇ ਸਾਨੂੰ ਸਿਖਾਇਆ ਹੈ। ਅੱਜ ਦੁਨੀਆ ਵਿੱਚ ਚਰਚ ਕਹਿੰਦੇ ਹਨ ਕਿ ਪਸਾਹ ਦੇ ਪਰਬ ਦੀ ਲੋੜ ਨਹੀਂ ਹੈ, ਪਰ ਅਸਲ ਵਿੱਚ ਇਹ ਉਹਨਾਂ ਲੋਕਾਂ ਲਈ ਬਿਲਕੁਲ ਜ਼ਰੂਰੀ ਹੈ ਜੋ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਨ। ਆਓ ਅਸੀਂ ਯਸਾਯਾਹ ਅਧਿਆਇ 25 ਵਚਨ 6 ਦੇਖੀਏ। ਇਸੇ ਪਹਾੜ ਤੇ ਸੈਨਾਵਾਂ ਦਾ ਯਹੋਵਾ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦਾ ਦਾਉਦ ਕਰੇਗਾ। ਪੁਰਾਣੀਆਂ ਮਦਾਂ ਦੀ ਦਾਉਦ, ਗੁੱਦੇ ਸਣੇ ਮੋਟੀਆਂ ਵਸਤਾਂ ਅਤੇ ਕੀ ਤਿਆਰ ਕੀਤਾ ਜਾਏਗਾ? ਛਾਣੀਆਂ ਹੋਈਆਂ ਪੁਰਾਣੀਆਂ ਮਦਾਂ। ਇਸ ਦਾ ਖਰਚ ਨੂੰ ਕਿੰਨੇ ਸਮੇਂ ਤੱਕ ਸਟੋਰ ਕੀਤਾ ਗਿਆ ਹੈ? ਇਸ ਨੂੰ 1600 ਤੋਂ ਵੱਧ ਸਮੇਂ ਲਈ ਸਟੋਰ ਕੀਤਾ ਗਿਆ ਹੈ। ਪਰਮੇਸ਼ਵਰ ਪੁਰਾਣੀਆਂ ਮਦਾਂ ਨਾਲ ਇੱਕ ਭੋਜ ਤਿਆਰ ਕਰਨਗੇ ਅਤੇ ਉਹ ਮੌਤ ਦਾ ਸਦਾ ਲਈ ਨਾਸ਼ ਕਰਨਗੇ। ਪੂਰੀ ਬਾਈਬਲ ਵਿੱਚ ਕਿਹੜੇ ਦਾ ਖਰਚ ਵਿੱਚ ਮੌਤ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਗਿਆ ਹੈ? ਇਹ ਉਦੋਂ ਸੀ ਜਦੋਂ ਯਿਸੂ ਮਸੀਹ ਨੇ ਇਹ ਕਹਿੰਦੇ ਹੋਏ ਨਵੇਂ ਨੇਮ ਦੀ ਸਥਾਪਨਾ ਕੀਤੀ, ਮੈਂ ਵੱਡੀ ਇੱਛਾ ਨਾਲ ਚਾਹਿਆ ਕਿ ਦੁੱਖ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ। ਦੂਜੇ ਸ਼ਬਦਾਂ ਵਿੱਚ, ਜਦੋਂ ਪਰਮੇਸ਼ਵਰ ਨੇ ਕਿਹਾ, ਮੈਂ ਮੌਤ ਨੂੰ ਸਦਾ ਲਈ ਚੱਫ ਲਵਾਂਗਾ, ਤਾਂ ਇਸ ਦਾ ਮਤਲਬ ਕੀ ਹੈ? ਇਸ ਦਾ ਮਤਲਬ ਹੈ ਕਿ ਉਹ ਸਾਨੂੰ ਸਦੀਪਕ ਜੀਵਨ ਦੇਣਗੇ। ਸੱਚ-ਮੁੱਚ ਪਸਾਹ ਮਨੁੱਖ ਜਾਤੀ ਲਈ ਇੱਕ ਅਨਮੋਲ ਤੋਹਫਾ ਹੈ। ਜੋ ਲੋਕ ਸਵਰਗ ਦੇ ਰਾਜ ਵਿੱਚ ਜਾਣਾ ਚਾਹੁੰਦੇ ਹਨ, ਉਹਨਾਂ ਨੂੰ ਇਸ ਸੱਚਾਈ ਵਿੱਚ ਹੋਣਾ ਚਾਹੀਦਾ ਹੈ। ਆਓ ਅਸੀਂ ਇੱਕ ਵਾਰ ਫਿਰ ਅਧਿਆਇ 25 ਉੱਤੇ ਇੱਕ ਨਜ਼ਰ ਪਾਈਏ। ਇਸੇ ਪਹਾੜ ਤੇ ਸੈਨਾਵਾਂ ਦਾ ਯਹੋਵਾ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦਾ ਦਾਉਦ ਕਰੇਗਾ। ਪੁਰਾਣੀਆਂ ਮਦਾਂ ਦੀ ਦਾਉਦ, ਗੁੱਦੇ ਸਣੇ ਮੋਟੀਆਂ ਵਸਤਾਂ, ਛਾਣੀਆਂ ਹੋਈਆਂ ਪੁਰਾਣੀਆਂ ਮਦਾਂ। ਅਤੇ ਇਸ ਪਹਾੜ ਤੇ ਉਸ ਪਰਦੇ ਨੂੰ ਚੱਫ ਲਵੇਗਾ, ਉਸ ਪਰਦੇ ਨੂੰ ਜਿਹੜਾ ਸਾਰਿਆਂ ਲੋਕਾਂ ਦੇ ਉੱਤੇ ਹੈ, ਨਾਲੇ ਉਸ ਕਸਦਨ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ। ਉਹ ਮੌਤ ਨੂੰ ਸਦਾ ਲਈ ਚੱਫ ਲਵੇਗਾ। ਪਰਮੇਸ਼ਵਰ ਦਾਖਰਸ ਨਾਲ ਮੌਤ ਦਾ ਨਾਸ਼ ਕਰਨਗੇ। ਇਹ ਪਸਾਹ ਦੇ ਦਾਖਰਸ ਨੂੰ ਹਵਾਲਾ ਕਰਦਾ ਹੈ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਿਰਫ ਪਸਾਹ ਦਾ ਦਾਖਰਸ ਹੀ ਅਜਿਹਾ ਵਾਅਦਾ ਕਰਦਾ ਹੈ। ਅਤੇ ਪ੍ਰਭ ਯਹੋਵਾ ਸਾਰਿਆਂ ਮੂੰਹਾਂ ਤੋਂ ਅੰਨ੍ਹੂ ਪੂੰਝ ਸੁੱਟੇਗਾ।
ਅਤੇ ਆਪਣੀ ਪ੍ਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਇਹ ਯਹੋਵਾਹ ਦਾ ਬੋਲ ਹੈ। ਇਸ ਭੋਜ ਦਾ ਆਯੋਜਨ ਕੌਣ ਕਰ ਰਿਹਾ ਹੈ, ਜਿਸ ਵਿੱਚ ਪੁਰਾਣੀਆਂ ਮਦਾਂ ਨਾਲ ਮੌਤ ਦਾ ਨਾਸ਼ ਕੀਤਾ ਜਾਂਦਾ ਹੈ? ਉਹ ਕੌਣ ਹੈ? ਉਸ ਦਿਨ ਆਖਿਆ ਜਾਵੇਗਾ, ਵੇਖੋ, ਇਹ ਸਾਡਾ ਪਰਮੇਸ਼ੁਰ ਹੈ, ਅਸੀਂ ਉਹਨੂੰ ਉਡੀਕਦੇ ਸਾਂ ਅਤੇ ਉਹ ਸਾਨੂੰ ਬਚਾਵੇਗਾ। ਸਾਰੇ ਲੋਕੋ, ਸਾਨੂੰ ਨਵੇਂ ਨੇਮ ਦਾ ਪਸਾਹ ਕਿਸਨੇ ਦਿੱਤਾ ਹੈ? ਸਾਡੇ ਲਈ ਜੀਵਨ ਦਾ ਆਤਮਿਕ ਬਿਰਛ ਕੌਣ ਲਿਆਇਆ? ਮਸੀਹ ਅਨਸਾਂਗ ਹੋਂਗ ਜੀ ਅਤੇ ਨਵੀਂ ਯਰੂਸ਼ਲਮ ਸਵਰਗੀ ਮਾਤਾ ਇਸ ਨੂੰ ਸਾਡੇ ਲਈ ਲਿਆਏ ਹਨ, ਹੈ ਨਾ? ਬਾਈਬਲ ਸਾਫ਼ ਦਰਜ ਕਰਦੀ ਹੈ, ਵੇਖੋ, ਇਹ ਸਾਡਾ ਪਰਮੇਸ਼ੁਰ ਹੈ, ਅਸੀਂ ਉਹਨੂੰ ਉਡੀਕਦੇ ਸਾਂ ਅਤੇ ਉਹ ਸਾਨੂੰ ਬਚਾਵੇਗਾ। ਸਾਨੂੰ ਆਪਣੀ ਮੁਕਤੀ ਲਈ ਕਿਸੇ ਹੋਰ ਚੀਜ਼ ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਮਨੁੱਖ ਜਾਤੀ ਲਈ ਸਭ ਤੋਂ ਮਹੱਤਵਪੂਰਨ ਚੀਜ਼ ਜੀਵਨ ਦਾ ਬਿਰਛ ਹੈ। ਕੇਵਲ ਪਰਮੇਸ਼ਵਰ ਹੀ ਜੀਵਨ ਦੇ ਬਿਰਛ ਨੂੰ ਲਿਆ ਸਕਦੇ ਹਨ। ਨਵੇਂ ਨੇਮ ਪਸਾਹ ਦੁਆਰਾ ਸਦੀਪਕ ਜੀਵਨ ਅਤੇ ਮੁਕਤੀ ਦੇ ਰਾਹ ਨੂੰ ਖੋਲ੍ਹਣ ਅਤੇ ਜੀਵਨ ਦੇ ਬਿਰਛ ਦੀ ਸੱਚਾਈ ਵੱਲ ਸਾਡੀ ਅਗਵਾਈ ਕਰਨ ਲਈ ਮੈਂ ਮਸੀਹ ਅਨਸਾਂਗ ਹੋਂਗ ਜੀ ਅਤੇ ਨਵੀਂ ਯਰੂਸ਼ਲਮ ਸਵਰਗੀ ਮਾਤਾ ਜੀ ਨੂੰ ਸਦੀਪਕ ਧੰਨਵਾਦ ਦਿੰਦਾ ਹਾਂ। ਉਹ ਜੋ ਨਵੇਂ ਨੇਮ ਦੇ ਪਸਾਹ ਨਾਲ ਆਉਂਦੇ ਹਨ, ਮਸੀਹ ਹਨ, ਜਿਨ੍ਹਾਂ ਨੇ ਮਨੁੱਖ ਜਾਤੀ ਦੀ ਮੁਕਤੀ ਲਈ ਦੂਜੀ ਵਾਰ ਪ੍ਰਗਟ ਹੋਣਾ ਹੈ। ਉਹ ਸਾਨੂੰ ਸਾਡੇ ਪਾਪਾਂ ਤੋਂ ਛੁਡਾਵੇਗਾ। ਕਿਰਪਾ ਕਰਕੇ ਬਾਈਬਲ ਦੀਆਂ ਭਵਿੱਖਬਾਣੀਆਂ ਦੁਆਰਾ ਇੱਕ ਵਾਰ ਫਿਰ ਇਸ ਦੀ ਪੁਸ਼ਟੀ ਕਰੋ। ਜਿੱਥੇ ਕਿਤੇ ਵੀ ਮਸੀਹ ਅਨਸਾਂਗ ਹੋਂਗ ਸਾਡੀ ਅਗਵਾਈ ਕਰਦੇ ਹਨ ਅਤੇ ਜਿੱਥੇ ਕਿਤੇ ਸਵਰਗੀ ਮਾਤਾ ਸਾਡੀ ਅਗਵਾਈ ਕਰਦੀ ਹੈ, ਸਾਨੂੰ ਅੰਤ ਤੱਕ ਉਹਨਾਂ ਦਾ ਪਾਲਣ ਕਰਨ ਵਿੱਚ ਕਦੇ ਵੀ ਅਸਫਲ ਨਹੀਂ ਹੋਣਾ ਚਾਹੀਦਾ ਹੈ। ਸਿਰਫ ਚਰਚ ਆਫ ਗॉड ਕੋਲ ਜੀਵਨ ਦਾ ਬਿਰਛ ਹੈ। ਸਵਰਗੀ ਪਿਤਾ ਅਤੇ ਸਵਰਗੀ ਮਾਤਾ ਨੇ ਸਾਨੂੰ ਸੱਚਾਈ ਵਿੱਚ ਬੁਲਾਇਆ ਹੈ ਅਤੇ ਸਾਨੂੰ ਨਵੇਂ ਨੇਮ ਪਸਾਹ ਬਾਰੇ ਜਾਣਨ ਦਿੱਤਾ ਹੈ। ਆਓ ਅਸੀਂ ਇਸ ਆਨੰਦਮਈ ਸਬਤ ਦੇ ਦਿਨ ਦੇ ਦੌਰਾਨ ਉਹਨਾਂ ਨੂੰ ਧੰਨਵਾਦ ਅਤੇ ਆਦਰ ਦੇਈਏ। ਆਪਣੇ ਮਨ ਵਿੱਚ ਅਜਿਹੀ ਖੁਸ਼ੀ ਰੱਖਦੇ ਹੋਏ ਆਓ ਅਸੀਂ ਚਮਕੀਲੀ ਉਮੀਦ ਨਾਲ ਜੀਵੀਏ। ਇਸ ਨਾਲ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।